ਕੀ ਨਾਮ ਹੈ ਤੁਹਾਡਾ ਦਾ? मेरा नाम कशिश गर्ग है जी, मैं बठिंडे तो हूँ। ਮੇਰਾ ਨਾਮ ਜਸਪ੍ਰੀਤ ਵਿਰਕ ਹੈ ਤੇ ਮੈਂ ਅਮਲੋਹ ਫਤਿਹਗੜ੍ਹ ਸਾਹਿਬ ਤੋਂ ਹਾਂ। ਮੇਰਾ ਨਾਮ ਸ਼ੈਫੀ ਸਿੰਗਲਾ ਹੈ, ਮੈਂ ਡਿਸਟ੍ਰਿਕਟ ਮਾਨਸਾ ਬਰੇਟਾ ਤੋਂ। ਮੇਰਾ ਨਾਮ ਅਨਮੋਲ ਜਿੰਦਲ ਹੈ, ਮੈਂ ਬਰਨਾਲਾ ਡਿਸਟ੍ਰਿਕਟ ਤੋਂ। ਠੀਕ ਹੈ। ਤੇ ਅੱਜ ਤੁਸੀਂ ਕਾਨਫਰੰਸ ਕਰ ਰਹੇ ਹੋ, ਕਾਨਫਰੰਸ ਕਰਨ ਦਾ ਮੇਨ ਕਾਰਨ ਕੀ ਹੈ? ਸਰ ਐਕਚੁਅਲੀ ਜਿਹੜੀ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਸੀ ਉਹ 2000 ਮਾਈਕ ਆਪਣੇ ਕੋਲ ਰੱਖੋ, ਥੋੜਾ ਜਿਹਾ ਅੱਗੇ ਹੋ ਮੈਂ ਥੋੜਾ ਅੱਗੇ ਹੋ ਕੇ ਪ੍ਰੋਪਰ ਬੋਲੂੰਗਾ, ਉਹ ਥੋੜਾ ਲਾਊਡ ਬੋਲੋ। ਆ ਮਾਈਕ ਫੜ ਲਓ ਜਾ। ਮਾਈਕ ਆਪਣੀ ਵੱਲ ਕਰ ਲਓ ਸਾਰੇ। ਆ ਨਹੀਂ ਮਾਈਕ ਹੈ ਨਾ, ਉੱਚੀ ਬੁਲਾ ਦਿਓ ਜੀ। ਨਾ 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 ਹਾਂਜੀ ਇੱਥੇ ਬੋਲੋ, ਹਾਂਜੀ ਥੋੜਾ ਉੱਚੀ ਬੋਲੋ ਨਾਲੇ ਤੁਹਾਡੀ ਗੱਲ ਜਾਵੇ। ਅਸੀਂ ਨਾਇਬ ਤਹਿਸੀਲਦਾਰ ਦੇ ਸਿਲੈਕਟਡ ਕੈਂਡੀਡੇਟਸ ਹਾਂ, ਜਿਹਦੀ ਨੋਟੀਫਿਕੇਸ਼ਨ ਦਸੰਬਰ 2020 ਚ ਨਿਕਲੀ ਸੀ ਤੇ ਐਗਜ਼ਾਮ 22 ਮਈ 2022 ਚ ਜਾ ਕੇ ਕੰਡਕਟ ਹੋਇਆ। ਤਕਰੀਬਨ 1.5 ਸਾਲ ਬਾਅਦ ਇਹਦਾ ਫਾਈਨਲ ਰਿਜ਼ਲਟ 6 ਅਕਤੂਬਰ ਨੂੰ ਆਉਂਦਾ ਹੈ, ਜਿਸ ਤੋਂ ਬਾਅਦ ਕਿ ਅਸੀਂ ਐਜ਼ ਸਿਲੈਕਟਡ ਕੈਂਡੀਡੇਟਸ ਉਹਦੇ ਵਿੱਚੋਂ ਨਿਕਲੇ ਹਾਂ। ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਵੀ ਕੁਝ ਨਿਊਜ਼ਪੇਪਰਸ ਦੇ ਥਰੂ ਕਿ ਕੋਈ ਡਾਊਟਫੁਲ ਕੈਂਡੀਡੇਟਸ ਨੇ, ਜਿਹੜੀ ਨਿਊਜ਼ ਇਮਰਜ ਹੁੰਦੀ ਹੈ, ਜਿਹੜੇ ਇੱਕ ਸਪੈਸੀਫਿਕ ਏਰੀਆ ਨੂੰ ਬਿਲੋਂਗ ਕਰਦੇ ਨੇ ਤੇ ਉਹਨਾਂ ਨੇ ਚੀਟਿੰਗ ਕੀਤੀ ਸੀ, ਜਿਹਦੇ ਰਿਗਾਰਡਿੰਗ ਗਵਰਨਮੈਂਟ ਨੇ ਇਨਕੁਆਇਰੀ ਦੇ ਲਈ ਆਰਡਰਸ ਦਿੱਤੇ CIA ਪਟਿਆਲਾ ਵੱਲੋਂ। ਤੇ ਇਹ ਚੀਜ਼ ਸਾਨੂੰ ਵੀ ਉਦੋਂ ਹੀ ਪਤਾ ਲੱਗੀ ਵੀ ਇਸ ਰਿਕਰੂਟਮੈਂਟ ਦੇ ਵਿੱਚ ਐਸਾ ਕੁਝ ਹੋਇਆ। ਉਸ ਤੋਂ ਬਾਅਦ CIA ਪਟਿਆਲਾ ਨੇ ਆਪਣੀ ਫਸਟ ਪ੍ਰੈਸ ਕਾਨਫਰੰਸ ਕੀਤੀ, ਜਿਹਦੇ ਵਿੱਚ ਉਹਨਾਂ ਨੇ IG ਮਖਵਿੰਦਰ ਸਿੰਘ ਨੇ ਕਿਹਾ ਹੈ ਕਿ ਜਿਹੜੀ ਚੀਟਿੰਗ ਹੋਈ ਹੈ ਉਹ ਟੈਕਨੀਕਲੀ ਇਨੀਸ਼ੀਏਟ ਹੋਈ ਹੈ ਤੇ ਉਹਨਾਂ ਨੇ ਟੈਕਨੀਕਲ ਸੈਗਰੀਗੇਸ਼ਨ ਕਰ ਲਈ ਹੈ ਜਿਹੜੇ ਵੀ ਕੈਂਡੀਡੇਟਸ ਬਣਦੇ ਨੇ। ਸਾਨੂੰ ਉਸ ਚੀਜ਼ ਤੋਂ ਬਾਅਦ ਬਹੁਤ ਫੇਥ ਸੀ ਗਵਰਨਮੈਂਟ 'ਚ ਕਿ ਗਵਰਨਮੈਂਟ ਇੱਕ ਫੇਅਰ ਡਿਸੀਜਨ ਲਏਗੀ ਇਹਦੇ ਰਿਗਾਰਡਿੰਗ। ਜਿਹੜੀ ਵੀ ਸੈਗਰੀਗੇਸ਼ਨ ਬਣਦੀ ਹੈ, ਟੇਂਟਡ ਤੇ ਇਨੋਸੈਂਟ ਬਣਦੀ ਉਹਨਾਂ ਨੂੰ ਕਰਕੇ, ਜਿਹੜੇ ਕੈਂਡੀਡੇਟਸ ਟੇਂਟਡ ਨੇ ਉਹਨਾਂ ਨੂੰ ਬਾਹਰ ਕੱਢ ਕੇ ਸਾਡੀ ਜੁਆਇਨਿੰਗ ਇਨੀਸ਼ੀਏਟ ਕਰੇਗੀ। ਇਹਦੇ ਰਿਗਾਰਡਿੰਗ ਅਸੀਂ ਅਕਤੂਬਰ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਅਧਿਕਾਰੀਆਂ ਕੋਲ ਆਪਣੇ ਮੰਗ ਪੱਤਰ ਵੀ ਸਬਮਿਟ ਕੀਤੇ ਨੇ। ਅਸੀਂ CM ਹਾਊਸ ਵੀ ਆਪਦੇ ਮੰਗ ਪੱਤਰ ਦਿੱਤਾ ਹੈ, ਬਟ ਹੁਣ ਕੁਝ ਪਿਛਲੇ ਦਿਨਾਂ 'ਚ ਅਸੀਂ ਜਦ FCR ਡਿਪਾਰਟਮੈਂਟ ਗਏ ਹਾਂ ਦੁਬਾਰਾ ਆਪਦਾ ਮੰਗ ਪੱਤਰ ਲੈ ਕੇ ਕਿ ਸਾਡੀ ਇੰਨੇ ਮਹੀਨਿਆਂ ਬਾਅਦ ਵੀ ਜੁਆਇਨਿੰਗ ਕਿਉਂ ਨਹੀਂ ਕਰਵਾਈ ਗਈ, ਤਾਂ ਸਾਨੂੰ ਉੱਥੋਂ ਪਤਾ ਲੱਗਦਾ ਹੈ ਕਿ ਆ ਐਗਜ਼ਾਮ ਰੀਕੰਡਕਟ ਕਰਾਉਣ ਦੀ ਗੱਲ ਹੋ ਰਹੀ ਹੈ ਉੱਥੇ, ਅਤੇ PPSC ਨੂੰ ਇਸ ਚੀਜ਼ ਦੇ ਬਾਰੇ ਕਿਹਾ ਗਿਆ ਹੈ। ਅਤੇ ਉਹ ਸਾਡੀ ਬੇਸਿਕ ਹੁਣ ਇਹੀ ਗ੍ਰੀਵੈਂਸ ਹੈ ਵੀ ਜਦ ਇਨਕੁਆਇਰੀ ਜਿਹੜੀ ਕੰਡਕਟ ਹੋਈ ਹੈ ਉਹ ਪਬਲਿਕ ਡੋਮੇਨ 'ਚ ਅਜੇ ਤੱਕ ਆਈ ਨਹੀਂ ਹੈਗੀ। ਸਾਨੂੰ ਨਹੀਂ ਪਤਾ ਵੀ ਉਹਦੇ ਵਿੱਚ ਕੀ ਲਿਖਿਆ ਗਿਆ ਹੈ, ਉਹ 'ਚ ਬੇਸਿਕ ਲੂਪ ਹੋਲਸ ਕੀ ਨੇ, ਕਿਉਂਕਿ ਮੈਜੋਰਿਟੀ ਸਾਡੀ ਤਾਂ ਕਈਆਂ ਦੀ ਅਜੇ ਇਨਕੁਆਇਰੀ ਹੋਈ ਵੀ ਨਹੀਂ ਜਿਨ੍ਹਾਂ ਦੀ ਦਾਅਵੇਦਾਰੀ ਬਣਦੀ ਸੀ। ਇਸ ਐਗਜ਼ਾਮ ਦੇ ਵਿੱਚ 78 ਪੋਸਟਾਂ ਸੀਗੀਆਂ, ਤਾਂ ਇਹ ਜਿਹੜੀ ਇਨਕੁਆਇਰੀ ਹੋਈ ਉਹ ਪਹਿਲੇ 50 ਬੱਚਿਆਂ ਦੀ ਹੋਈ ਹੈ। ਉਹਨਾਂ 50 ਚੋਂ ਅੱਧਿਆਂ ਦੀ ਤਾਂ ਦਾਅਵੇਦਾਰੀ ਇਹਨਾਂ 78 ਪੋਸਟਾਂ 'ਤੇ ਬਣਦੀ ਵੀ ਨਹੀਂ ਹੈਗੀ, ਅਤੇ ਜਿਹੜੇ 78 ਬੱਚਿਆਂ ਦੀ ਦਾਅਵੇਦਾਰੀ ਬਣਦੀ ਹੈ ਇਹਨਾਂ 78 ਪੋਸਟਾਂ 'ਤੇ, ਉਹਨਾਂ ਸਾਰਿਆਂ ਦੀ ਇਨਕੁਆਇਰੀ ਨਹੀਂ ਹੋਈ। ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ 78 ਪੋਸਟਾਂ 'ਤੇ ਜਿਨ੍ਹਾਂ 78 ਉਮੀਦਵਾਰਾਂ ਦੀ ਦਾਅਵੇਦਾਰੀ ਬਣਦੀ ਹੈ ਉਹਨਾਂ ਦੀ ਇਨਕੁਆਇਰੀ ਹੋਵੇ, ਅਤੇ ਤੁਸੀਂ ਪਾਓਗੇ ਵੀ ਜਿਹੜੇ ਮੈਜੋਰਿਟੀ ਆਫ ਕੈਂਡੀਡੇਟਸ ਨੇ ਉਹ ਜੈਨੂਅਨ ਕੈਂਡੀਡੇਟਸ ਨੇ, ਕਿਉਂਕਿ ਅਸੀਂ ਇੱਕ ਸਾਡੇ ਨਾਲ ਕਨੈਕਟਡ ਵੀ ਨੇ ਕੈਂਡੀਡੇਟਸ ਜਿਨ੍ਹਾਂ ਦੀ ਦਾਅਵੇਦਾਰੀ ਬਣਦੀ ਹੈ ਇਹਨਾਂ 78 ਪੋਸਟਾਂ 'ਤੇ। ਸਾਡੇ ਨਾਲ 50-55 ਤਾਂ ਸਾਡੇ ਨਾਲ ਹੀ ਨੇ, ਅਤੇ ਕਈਆਂ ਨਾਲ ਸਾਡਾ ਕੰਟੈਕਟ ਵੀ ਨਹੀਂ ਹੋ ਪਾਇਆ। ਤਾਂ ਅਸੀਂ ਚਾਹੁੰਦੇ ਹਾਂ ਵੀ ਜਿਹੜੇ 78 ਪੋਸਟਾਂ 'ਤੇ ਜਿਨ੍ਹਾਂ ਦੀ ਦਾਅਵੇਦਾਰੀ ਬਣਦੀ ਹੈ ਉਹਨਾਂ ਦੀ ਇਨਕੁਆਇਰੀ ਹੋਵੇ ਅਤੇ ਉਸ ਤੋਂ ਬਾਅਦ ਕੋਈ ਸਰਕਾਰ ਫੈਸਲਾ ਲਵੇ। ਅਸੀਂ ਇਸ ਚੀਜ਼ ਨੂੰ ਲੈ ਕੇ ਕਈ ਵਾਰੀ ਮੰਗ ਪੱਤਰ CM ਹਾਊਸ 'ਚ ਵੀ ਜਾ ਕੇ ਦੇ ਕੇ ਆਏ ਹਾਂ, FCR ਨੂੰ ਵੀ ਦੇ ਕੇ ਆਏ, ਪਰ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ। ਅਤੇ ਜੇ ਇਹ ਵਾਲਾ ਐਗਜ਼ਾਮ ਇਹ ਕੈਂਸਲ ਕਰਨਾ ਚਾਹ ਰਹੇ ਨੇ, ਵੀ ਜਿਵੇਂ ਸਾਨੂੰ ਪਤਾ ਲੱਗ ਰਿਹਾ ਵੀ ਇਹ ਐਗਜ਼ਾਮ ਕੈਂਸਲ ਕਰ ਰਹੇ ਨੇ, ਤਾਂ ਇਸ ਤਰੀਕੇ ਨਾਲ ਤਾਂ ਹੋਰ ਵੀ ਕਈ ਐਗਜ਼ਾਮ ਨੇ ਜਿਹੜੇ ਰਡਾਰ 'ਤੇ ਨੇ ਜਿਨ੍ਹਾਂ ਦੀ FIR ਹੋ ਰੱਖੀ ਹੈ। ਜਿਵੇਂ PPSC ਨੇ 11 ਸਤੰਬਰ 2022 ਨੂੰ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦਾ ਐਗਜ਼ਾਮ ਲਿਆ ਸੀ, ਉਸ 'ਤੇ ਵੀ FIR ਹੋ ਰੱਖੀ ਹੈ। ਤਾਂ ਇਹਦਾ ਮਤਲਬ ਤਾਂ ਫਿਰ ਤੁਸੀਂ ਸਾਰੇ ਐਗਜ਼ਾਮ ਹੀ ਕੈਂਸਲ ਕਰੋਗੇ, ਐਂ ਤਾਂ ਫਿਰ ਬੱਚੇ ਪਹਿਲਾਂ ਐਗਜ਼ਾਮ ਦੇਣਗੇ, ਫਿਰ ਰਿਜ਼ਲਟ ਦੀ ਵੇਟ ਕਰਨਗੇ, ਫਿਰ ਉਸ ਤੋਂ ਬਾਅਦ ਤੁਸੀਂ ਐਗਜ਼ਾਮ ਦੁਬਾਰਾ ਤੋਂ ਕੈਂਸਲ ਕਰ ਦੋਗੇ, ਫਿਰ ਦੁਬਾਰਾ ਤੋਂ। ਨਾਲੇ ਇਸ ਚੀਜ਼ ਦੀ ਕੀ ਗਰੰਟੀ ਹੈ ਵੀ ਹੈ ਨਾ ਅਗਲੀ ਵਾਰ ਜਦੋਂ ਐਗਜ਼ਾਮ ਹੋਊਗਾ ਕੋਈ ਸ਼ਰਾਰਤ ਦੁਬਾਰਾ ਤੋਂ ਨਾ ਕਰੇ, ਤਾਂ ਫਿਰ ਤੁਸੀਂ ਦੁਬਾਰਾ ਤੋਂ ਐਗਜ਼ਾਮ ਥੋੜ੍ਹਾ ਨਾ ਕੈਂਸਲ ਕਰਦੇ ਰਹੋਗੇ। ਨਾਲੇ ਛੀਨਾ ਸਾਹਿਬ ਨੇ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ IG ਪਟਿਆਲਾ ਨੇ, ਉਦੋਂ ਉਹਨਾਂ ਨੇ ਸਪੈਸੀਫਿਕਲੀ ਕਿਹਾ ਸੀਗਾ ਵੀ ਅਸੀਂ ਸੈਗਰੀਗੇਸ਼ਨ ਕਰਾਂਗੇ ਟੈਂਟਡ ਕੈਂਡੀਡੇਟਸ ਅਤੇ ਨੋਨ ਟੈਂਟਡ ਕੈਂਡੀਡੇਟਸ ਦੀਆਂ। ਅਤੇ ਮਾਨਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀਆਂ ਜਜਮੈਂਟਸ ਵੀ ਪਹਿਲਾਂ ਇਹੋ ਜਿਹੇ ਕੇਸਾਂ ਵਿੱਚ ਆਈ ਹੈ ਵੀ ਜਦੋਂ 2002 ਦੇ ਵਿੱਚ ਰਵੀ ਸਿੱਧੂ ਵਾਲਾ ਕੇਸ ਹੋਇਆ ਸੀ, ਜੋਗਿੰਦਰਪਾਲ ਸਿੰਘ ਵਰਸਿਸ ਅਦਰਸ ਐਂਡ ਵਰਸਿਸ ਸਟੇਟ ਆਫ ਪੰਜਾਬ, ਉਹਦੇ ਵਿੱਚ ਵੀ ਮਾਨਯੋਗ ਸੁਪਰੀਮ ਕੋਰਟ ਨੇ ਇਹੀ ਕਿਹਾ ਹੈ ਵੀ ਜਿੱਥੋਂ ਤੱਕ ਹੋ ਸਕਦਾ ਟੈਂਟਡ ਅਤੇ ਨੋਨ ਟੈਂਟਡ ਕੈਂਡੀਡੇਟਸ ਨੂੰ ਅਲੱਗ ਕਰੋ ਤਾਂ ਕਿ ਜੈਨੂਅਨ ਕੈਂਡੀਡੇਟਸ ਦਾ ਨੁਕਸਾਨ ਨਾ ਹੋਵੇ। ਤਾਂ ਅਸੀਂ ਵੀ ਚਾਹੁੰਦੇ ਹਾਂ ਵੀ ਹੈ ਨਾ ਵੀ ਸਾਡਾ ਨੁਕਸਾਨ ਨਾ ਹੋਵੇ, ਜੇ ਹੈ ਨਾ ਕੋਈ 10-12 ਬੰਦਿਆਂ ਦੀ ਗਲਤੀ ਦੀ ਸਜ਼ਾ ਸਾਨੂੰ ਨਾ ਦਿੱਤੀ ਜਾਵੇ। ਵੀ ਜੋ ਸਾਡੀ ਇਨਕੁਆਇਰੀ ਹੋ ਗਈ ਹੈ, ਸਾਨੂੰ ਪੁਲਿਸ ਨੇ ਕਹਿ ਤਾ ਵੀ ਤੁਹਾਡੀ ਕੋਈ ਗਲਤੀ ਨਹੀਂ ਹੈਗੀ, ਤਾਂ ਸਾਨੂੰ ਕਿਸ ਗਲਤੀ ਦੀ ਸਜ਼ਾ ਦਿੱਤੀ ਜਾ ਰਹੀ ਹੈ ਸਾਡਾ। ਅਤੇ ਉਸ ਤੋਂ ਬਾਅਦ ਅਸੀਂ FCR ਅਸੀਂ ਡਿਪਾਰਟਮੈਂਟ ਦੇ ਵਿੱਚ ਵੀ
ਕੁਛ ਹੈਗਾ ਵੀ ਜਿਹੜੇ ਸੀਨੀਅਰ ਅਸਿਸਟੈਂਟ ਨੇ FCI ਡਿਪਾਰਟਮੈਂਟ ਦੇ ਵਿੱਚ, ਉਹਨਾਂ ਨੂੰ ਗੈਰ ਸੰਵਿਧਾਨਕ ਤਰੀਕੇ ਨਾਲ ਨਾਇਬ ਤਹਿਸੀਲਦਾਰ ਦੀ ਪੋਸਟ 'ਤੇ ਕੰਮ ਕਰ ਰਹੇ ਨੇ। ਜਿਵੇਂ ਉਹਨਾਂ ਦੀ ਗਿਣਤੀ 6 ਬਣਦੀ ਹੈ, 6 ਸੀਨੀਅਰ ਅਸਿਸਟੈਂਟ ਨਾਇਬ ਤਹਿਸੀਲਦਾਰ ਨਿਯੁਕਤ ਕਰ ਸਕਦੇ ਨੇ FCI ਡਿਪਾਰਟਮੈਂਟ, ਪਰ ਇਸ ਟਾਈਮ 'ਤੇ ਉਹ 32 ਦੀ ਸੰਖਿਆ ਦੇ ਵਿੱਚ ਕੰਮ ਕਰ ਰਹੇ ਨੇ ਅਤੇ ਉਹ ਵੀ ਨਹੀਂ ਚਾਹੁੰਦੇ ਵੀ ਅਸੀਂ ਐਜ਼ ਏ ਨਾਇਬ ਤਹਿਸੀਲਦਾਰ ਨਿਯੁਕਤ ਹੋਈਏ, ਕਿਉਂਕਿ ਉਹਨਾਂ ਨੂੰ ਫਿਰ ਵਾਪਸ ਡਿਮੋਟ ਹੋਣਾ ਪਊਗਾ। ਅਤੇ ਅਸੀਂ CM ਸਾਹਿਬ ਨੂੰ ਵੀ ਬਹੁਤ ਵਾਰ ਅਪੀਲ ਕਰ ਚੁੱਕੇ ਹਾਂ। CM ਸਾਹਿਬ ਕਹਿੰਦੇ ਹੈ ਵੀ ਮੇਰਾ ਹਰਾ ਪੈਨ ਨੌਕਰੀ ਦੇਣ ਲਈ ਚੱਲੇ, ਨਾ ਕਿ ਨੌਕਰੀ ਖੋਹਣ ਲਈ ਚੱਲੇ, ਪਰ ਇੱਥੇ ਤਾਂ ਸਾਡੀ ਨੌਕਰੀ ਖੋਈ ਜਾ ਰਹੀ ਹੈ। ਸਾਡਾ ਤਾਂ ਕੋਈ ਕਸੂਰ ਵੀ ਨਹੀਂ ਹੈਗਾ। ਜਿੰਨਾ ਕੁ ਇਹਨਾਂ ਨੇ ਤਾਂ ਫਿਰ ਇਨਕੁਆਇਰੀ ਕਰਨ ਦਾ ਫਾਇਦਾ ਕੀ ਹੋਇਆ? ਜਦੋਂ ਇਹਨਾਂ ਨੇ ਸੈਗਰੀਗੇਸ਼ਨ ਕਰਨਾ ਹੀ ਨਹੀਂ ਸੀ ਤਾਂ ਫਿਰ ਸਾਨੂੰ ਇਨਕੁਆਇਰੀ 'ਤੇ ਕਿਉਂ ਬੁਲਾਇਆ, ਜਦੋਂ ਇਹਨਾਂ ਨੇ ਐਂਡ 'ਤੇ ਪੇਪਰ ਕੈਂਸਲ ਹੀ ਕਰਨਾ ਸੀ? ਤਾਂ ਅਸੀਂ ਇਹੀ ਚਾਹੁੰਦੇ ਹਾਂ ਵੀ ਜਿਹੜੇ 78 ਉਮੀਦਵਾਰ, ਜਿਨ੍ਹਾਂ ਦੀ 78 ਉਮੀਦਵਾਰਾਂ ਦੀ 78 ਪੋਸਟਾਂ 'ਤੇ ਦਾਅਵੇਦਾਰੀ ਬਣਦੀ ਹੈ, ਉਹਨਾਂ ਦੀ ਇਨਕੁਆਇਰੀ ਹੋਵੇ, ਕਿਉਂਕਿ ਉਹਨਾਂ ਸਾਰਿਆਂ ਦੀ ਇਨਕੁਆਇਰੀ ਹੋਈ ਨਹੀਂ। ਜਦੋਂ ਇਹ ਇਨਕੁਆਇਰੀ ਕਰਨਗੇ ਇਹਨਾਂ ਨੂੰ ਪਤਾ ਲੱਗੂਗਾ ਵੀ 60 ਤੋਂ ਵੱਧ, ਘੱਟੋ ਘੱਟ 60 ਤੋਂ ਵੱਧ ਇਹੋ ਜਿਹੇ ਉਮੀਦਵਾਰ ਨੇ ਜਿਹੜੇ ਜੈਨੂਨ ਨੇ। ਤਾਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ 10-12 ਕਰਕੇ ਸਾਡਾ ਭਵਿੱਖ ਨਾ ਖਰਾਬ ਹੋਵੇ। ਜਿਹੜੇ ਜੈਨੂਅਨ ਨੇ, ਜਿਨ੍ਹਾਂ ਦੀ ਇਨਕੁਆਇਰੀ ਨਹੀਂ ਹੋਈ, ਉਹਨਾਂ ਦੇ ਵਿੱਚੋਂ ਮੈਡਮ? ਹਾਂਜੀ ਮੈਮ ਦੱਸੋ ਤੁਹਾਡੀ ਇਨਕੁਆਇਰੀ ਕਿਉਂ ਨਹੀਂ ਹੋਈ? ਹਾਂਜੀ ਦੱਸ। ਹਾਂਜੀ ਮੇਰੀ ਸਿੰਸ ਰਿਜ਼ਰਵਡ, ਹਾਂਜੀ ਸਿੰਸ ਮੇਰੀ ਰੈਂਕ LDSM ਕੈਟੇਗਰੀ ਦੇ ਵਿੱਚ ਹੈ ਅਤੇ ਮੇਰੀ ਰੈਂਕ ਓਵਰਆਲ 100 ਬਣਦੀ ਹੈ, ਬਟ ਇਹਨਾਂ ਨੇ 50th ਰੈਂਕ ਤੱਕ ਹੀ ਇਨਕੁਆਇਰੀ ਕੀਤੀ, ਜਿਸ 'ਚ ਮੈਜੋਰਟੀ ਕੈਂਡੀਡੇਟਸ ਉਹ ਨੇ ਜਿਨ੍ਹਾਂ ਦੀ ਦਾਅਵੇਦਾਰੀ ਵੀ ਨਹੀਂ ਬਣਦੀ ਸੀਟਸ 'ਤੇ। ਅਤੇ ਸਾਡੀ ਜਿਨ੍ਹਾਂ ਦੀ ਦਾਅਵੇਦਾਰੀ ਬਣਦੀ ਹੈ ਸੀਟਸ 'ਤੇ, ਸਾਨੂੰ CI ਵੱਲੋਂ ਕੋਈ ਵੀ ਸਾਨੂੰ ਇਨਕੁਆਇਰੀ ਲਈ ਕੋਈ ਸਮਨ ਨਹੀਂ ਆਏ ਹੈਗੇ, ਸਾਡੀ ਕੋਈ ਇਨਕੁਆਇਰੀ ਨਹੀਂ ਹੋਈ। ਇੱਕ ਬੜੀ ਇਨਕੰਪਲੀਟ ਜੇ ਵੇ 'ਚ ਉਹਨਾਂ ਨੇ ਇਨਕੁਆਇਰੀ ਕਰਕੇ ਆਪਣੀ ਰਿਪੋਰਟ ਸਬਮਿਟ ਕੀਤੀ ਹੈ। ਅਤੇ ਸਾਡੀ ਮੇਜਰ ਗ੍ਰੀਵੈਂਸ ਹੀ ਇਹ ਹੈ ਸਰਕਾਰ ਅੱਗੇ ਵੀ ਜਿਨ੍ਹਾਂ ਦੀ ਦਾਅਵੇਦਾਰੀ ਬਣਦੀ ਹੈ 78 ਕੈਂਡੀਡੇਟਸ, ਜਿਨ੍ਹਾਂ ਵਿੱਚੋਂ ਅਸੀਂ ਹਾਂ, ਸਾਡੀ ਵੀ ਪ੍ਰੋਪਰ ਇਨਵੈਸਟੀਗੇਸ਼ਨ ਕਰਨ। ਜੇ ਉਸ ਤੋਂ ਬਾਅਦ ਸਰਕਾਰ ਨੂੰ ਲੱਗਦਾ ਹੈ ਵੀ ਹਾਂ ਐਸਾ ਕੋਈ ਫੈਸਲਾ ਲੈਣ ਦੀ ਲੋੜ ਪੈਂਦੀ ਹੈ, ਵੀ ਉਹਨਾਂ ਨੂੰ ਲੱਗਦਾ ਵੀ ਚੀਟਿੰਗ ਵੱਡੇ ਲੈਵਲ 'ਤੇ ਹੋਈ ਹੈ, ਤਾਂ ਸਰਕਾਰ ਇਹੋ ਜਿਹਾ ਫੈਸਲਾ ਲਵੇ। ਬਟ ਹੁਣ ਸਰਕਾਰ ਨੇ ਜਦ ਸਾਡੀ ਇਨਕੁਆਇਰੀ ਹੀ ਨਹੀਂ ਕੰਪਲੀਟ ਕੀਤੀ ਹੈਗੀ, ਤਾਂ ਸਰਕਾਰ ਕਿਸ ਬੇਸਿਸ 'ਤੇ ਆ ਫੈਸਲਾ ਲੈਣਾ ਚਾਹ ਰਹੀ ਹੈ? ਅਸੀਂ ਬਸ ਇਹੀ ਸਾਡੀ ਮੰਗ ਹੈ ਸਰਕਾਰ ਅੱਗੇ ਵੀ ਇੱਕ ਜਿਹੜੇ ਵੀ ਲੂਪ ਹੋਲਸ ਇਨਕੁਆਇਰੀ ਦੇ ਵਿੱਚ ਰਹੇ ਨੇ, ਉਹਨਾਂ ਨੂੰ ਇੱਕ ਪਾਰਦਰਸ਼ੀ ਤਰੀਕੇ ਨਾਲ, ਪਹਿਲੀ ਗੱਲ ਤਾਂ ਪਬਲਿਕ ਡੋਮੇਨ 'ਚ ਇਨਕੁਆਇਰੀ ਆਏ, ਸੈਗਰੀਗੇਟ ਕਰਕੇ ਆਏ ਪ੍ਰੋਪਰ, ਜਿਹੜੇ ਕਿ ਸੁਪਰੀਮ ਕੋਰਟ ਕਹਿੰਦੀ ਹੈ ਜਿਸ ਚੀਜ਼ ਨੂੰ। ਅਤੇ ਉਸ ਤੋਂ ਬਾਅਦ ਅਗਰ ਸਰਕਾਰ ਨੂੰ ਲੱਗਦਾ ਹੈ ਕਿ ਫੈਸਲਾ ਲੈਣਾ, ਉਹ ਸਰਕਾਰ ਆਪਦਾ ਬੈਲੈਂਸਡ ਵਿਊ ਲਵੇ। ਸਾਨੂੰ ਤਾਂ ਇੰਨੀ ਕੁ ਫੇਥ ਹੈ ਸਰਕਾਰ 'ਚ ਵੀ ਸਰਕਾਰ ਸਾਡੀ ਸੁਣੂਗੀ। ਤੁਹਾਨੂੰ ਲੱਗਦਾ ਕੀ ਹੈ ਕਿਉਂ ਨਹੀਂ ਤੁਹਾਡੀ ਇਨਕੁਆਇਰੀ ਕੀਤੀ ਗਈ ਜਿਹੜੀਆਂ ਦਾਅਵੇਦਾਰ? ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਹੈਗਾ ਵੀ ਇਹ 78 ਪੋਸਟਾਂ 'ਤੇ ਕਿੰਨਾ ਦੀ ਉਮੀਦਵਾਰੀ ਬਣਦੀ ਹੈ। ਸ਼ਾਇਦ ਇਹ ਜਾਂ ਤਾਂ ਇਹਨਾਂ ਦੇ ਕੋਆਰਡੀਨੇਸ਼ਨ ਦੀ ਘਾਟ ਹੈ PPSC ਅਤੇ CIA ਦੇ ਸਟਾਫ ਦੇ ਵਿੱਚ, ਜਾਂ ਫਿਰ FCI ਡਿਪਾਰਟਮੈਂਟ ਜਾਂ CIA ਦੇ ਸਟਾਫ ਦੇ ਵਿੱਚ। ਜਿਨ੍ਹਾਂ ਦੀ ਬਣਦੀ ਹੈ ਇਹਨਾਂ ਨੇ ਇਨਕੁਆਇਰੀ ਕੀਤੀ ਹੀ ਨਹੀਂ ਹੈ। ਤਾਂ ਜਿਹੜੇ ਬੱਚੇ ਇਨਕੁਆਇਰੀ 'ਤੇ ਗਏ ਸੀ, ਜਿਨ੍ਹਾਂ ਦੀ ਦਾਅਵੇਦਾਰੀ ਬਣਦੀ ਨਹੀਂ, ਉਹ ਜਾਂ ਤਾਂ ਗਏ ਨਹੀਂ, ਜੇ ਗਏ ਹੈ ਤਾਂ ਉੱਥੇ ਜਾ ਕੇ ਇਹ ਕਹਿ ਕੇ ਆ ਗਏ ਵੀ ਪੇਪਰ ਕੈਂਸਲ ਕਰੋ, ਕਿਉਂਕਿ ਉਹਨਾਂ ਦਾ ਇੰਟਰਸਟ ਸੀਗਾ ਵੀ ਪੇਪਰ ਕੈਂਸਲ ਹੋਵੇ ਤਾਂ ਕਿ ਉਹ ਦੁਬਾਰਾ ਤੋਂ ਕੋਸ਼ਿਸ਼ ਕਰ ਸਕਣ। ਤੁਸੀਂ ਕੀ ਮੰਗ ਕਰਦੇ ਹੋ ਸਰਕਾਰ? ਅਸੀਂ ਇਹੀ ਮੰਗ ਕਰ ਰਹੇ ਹਾਂ ਵੀ ਕਿਸੇ ਥੋੜ੍ਹੇ ਜਿਹੇ ਬੰਦਿਆਂ ਦੀ ਗਲਤੀ ਕਰਕੇ ਸਾਡਾ ਭਵਿੱਖ ਖਰਾਬ ਨਾ ਕੀਤਾ ਜਾਵੇ। ਅਸੀਂ ਪਿਛਲੇ 2-2.5 ਸਾਲ ਤੋਂ ਇਸ ਐਗਜ਼ਾਮ ਵਾਸਤੇ ਬਹੁਤ ਮਿਹਨਤ ਕੀਤੀ ਹੈ। ਐਗਜ਼ਾਮ ਪਹਿਲਾਂ ਹੀ 1.5 ਸਾਲ ਬਾਅਦ ਹੋਇਆ ਸੀ ਅਤੇ ਉਸ ਤੋਂ 5-6 ਮਹੀਨੇ ਬਾਅਦ ਰਿਜ਼ਲਟ ਆਇਆ ਸੀ। 2 ਸਾਲ ਹੋ ਚੁੱਕੇ ਨੇ ਐਗਜ਼ਾਮ ਦੀ ਨੋਟੀਫਿਕੇਸ਼ਨ ਆਏ ਨੂੰ, ਅਤੇ ਹਜੇ ਤੱਕ ਇਹ ਭਰਤੀ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ। ਅਤੇ ਜੇ ਇਸ ਗੱਲ ਦੀ ਵੀ ਕੋਈ ਗਰੰਟੀ ਨਹੀਂ ਹੈਗੀ ਵੀ ਜੇ ਦੁਬਾਰਾ ਤੋਂ ਐਗਜ਼ਾਮ ਹੋਊਗਾ ਤਾਂ ਕੋਈ ਨਾ ਕੋਈ ਬੰਦਾ ਫਿਰ ਚੀਟਿੰਗ ਕਰ ਸਕਦਾ ਹੈ। ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਹਰ ਵਾਰ ਕੋਈ ਇਹ ਐਗਜ਼ਾਮ ਕੈਂਸਲ ਕਰਦੇ ਰਹਿਣਗੇ। ਜੇ ਸਪੋਜ਼ ਕਰੋ ਕੋਈ ਕੈਬਨਿਟ ਦੇ ਵਿੱਚ ਕੋਈ ਮੰਤਰੀ ਕਰਪਟ ਨਿਕਲਦਾ ਹੈ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਰੀ ਕੈਬਨਿਟ ਰਿਜ਼ਾਈਨ ਕਰ ਦਿੰਦੀ ਹੈ, ਉਹ ਇੱਕ ਮੰਤਰੀ ਕੱਢਦੇ ਨੇ ਕੈਬਨਿਟ ਤੋਂ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਬੰਦੇ ਜਿਨ੍ਹਾਂ ਨੇ ਚੀਟਿੰਗ ਕੀਤੀ ਹੈ ਉਹਨਾਂ ਨੂੰ ਕੱਢ ਦਿਓ ਅਤੇ ਸਾਨੂੰ ਤਾਂ ਜੁਆਇਨਿੰਗ ਦਿਓ ਨਾ, ਸਾਡੀ ਤਾਂ ਕੋਈ ਗਲਤੀ ਨਹੀਂ ਹੈਗੀ ਨਾ। ਇਹਨਾਂ ਨੇ ਜੇ ਸੈਗਰੀਗੇਸ਼ਨ ਕੀਤੀ ਹੈ ਤਾਂ ਇਹਨਾਂ ਨੇ ਤਾਂ ਕਾਈਂਡ ਆਫ ਗਧੇ ਅਤੇ ਘੋੜੇ ਇੱਕ ਬਰਾਬਰ ਕਰਤੇ ਵੀ। ਫਿਰ ਸੈਗਰੀਗੇਸ਼ਨ ਦਾ ਮਤਲਬ ਕੀ ਹੋਇਆ? ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਸ ਜਿਹੜੀ ਇਨਕੁਆਇਰੀ ਹੈ ਦੁਬਾਰਾ ਤੋਂ ਕਰਨ, ਜਿਨ੍ਹਾਂ 78 ਉਮੀਦਵਾਰਾਂ ਦੀ ਦਾਅਵੇਦਾਰੀ ਬਣਦੀ ਹੈ ਉਹਨਾਂ ਦੀ ਕਰਨ, ਤਾਂ ਕਿ ਸਾਨੂੰ ਤਾਂ ਪੂਰਾ ਫੇਥ ਹੈ ਵੀ 60 ਤੋਂ ਵੱਧ ਉਮੀਦਵਾਰ ਇਹੋ ਜਿਹੇ ਹੋਣਗੇ ਜਿਹੜੇ ਜੈਨੂਨ ਹੋਣਗੇ। ਕਿਉਂਕਿ ਜਿਹੜੇ ਰਾਖਵੇਂ ਕੋਟੇ ਵਾਲੇ ਬੱਚੇ ਨੇ ਉਹਨਾਂ ਦੇ ਨੰਬਰ ਘੱਟ ਨੇ, ਤਾਂ ਉਹਨਾਂ ਦੇ ਰੈਂਕ 50 ਤੋਂ ਪਿੱਛੇ ਨੇ, ਅਤੇ ਰਾਖਵਾਂ ਕੋਟਾ 60% ਹੈ। 40% ਅਨਰਿਜ਼ਰਵਡ ਕੈਟੇਗਰੀ ਹੈ, 60% ਰਿਜ਼ਰਵਡ ਕੈਟੇਗਰੀ ਹੈ। ਤਾਂ ਉਹ ਜਿਹੜੇ 60% ਵਾਲੇ ਬੱਚੇ ਨੇ ਉਹ ਤਾਂ ਸਾਰੇ ਦੇ ਸਾਰੇ ਜੈਨੂਨ ਨੇ।
ਤੇ ਜਿਹੜੇ 40% ਜਿਹੜਾ ਅਨਰਿਜ਼ਰਵਡ ਕੈਟਾਗਰੀ ਹੈ ਉਹਦੇ ਵਿੱਚੋਂ ਅੱਧੇ ਕੁ ਜੈਨੂਨ ਨੇ, ਅੱਧੇ ਕੁ ਜਿਹੜੇ ਜਿਵੇਂ ਉਹਨਾਂ ਨੇ 6-7 ਫੜ ਲਏ, ਜਿਹੜੀ ਆਪਾਂ ਨੂੰ ਅਖਬਾਰਾਂ 'ਚ ਖਬਰ ਵੀ ਆਈ ਵੀ 6-7 ਬੰਦੇ ਫੜ ਲਏ, ਉਹਨਾਂ 'ਚੋਂ ਆਉਂਦੇ ਨੇ। ਤਾਂ ਮੋਸਟਲੀ ਬੱਚੇ ਜਿਹੜੇ ਹੈਗੇ ਨੇ ਜੈਨੂਨ ਨੇ। ਤਾਂ ਜੇ ਸਰਕਾਰ ਇਸ 'ਤੇ ਦੁਬਾਰਾ ਤੋਂ ਵਿਚਾਰ ਕਰੇਗੀ, ਇਹਦੀ ਇਨਕੁਆਇਰੀ ਪ੍ਰੋਪਰ ਤਰੀਕੇ ਨਾਲ ਕਰੇਗੀ, ਆਪਸ 'ਚ ਕੋਆਰਡੀਨੇਸ਼ਨ ਨਾਲ ਕਰੇਗੀ, PPSC CIA ਸਟਾਫ ਜਾਂ ਫਿਰ FCR ਡਿਪਾਰਟਮੈਂਟ, ਤਾਂ ਉਹਨਾਂ ਨੂੰ ਪਤਾ ਲੱਗੂਗਾ ਵੀ 60 ਤੋਂ ਵੱਧ ਬੰਦੇ ਇਹੋ ਜਿਹੇ ਨੇ ਜਿਹੜੇ ਜੈਨੂਨ ਕੈਂਡੀਡੇਟਸ ਨੇ। ਅਸੀਂ ਬੇਸਿਕਲੀ ਗਵਰਨਮੈਂਟ ਤੋਂ ਇਹ ਡਿਮਾਂਡ ਕਰਦੇ ਹਾਂ ਕਿ ਇਨਕੁਆਇਰੀ ਹੋਵੇ, ਪ੍ਰੋਪਰ ਹੋਵੇ ਇਨਵੈਸਟੀਗੇਸ਼ਨ, ਔਰ ਇੱਕ ਟਾਈਮ ਬਾਉਂਡ ਮੈਨਰ ਦੇ ਵਿੱਚ ਹੋਵੇ, ਕਿ ਡਿਪਾਰਟਮੈਂਟ ਨੂੰ ਟਾਈਮ ਦਿੱਤਾ ਜਾਵੇ ਕਿ 1 ਮਹੀਨੇ ਦੇ ਵਿੱਚ ਸਾਡੀ ਸਾਰੀ ਦੀ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋਣੀ ਚਾਹੀਦੀ ਹੈ। ਅਸੀਂ ਗਵਰਨਮੈਂਟ ਤੋਂ ਇਹ ਡਿਮਾਂਡ ਕਰਦੇ ਹਾਂ ਕਿ ਸਾਡੀ ਇਨਵੈਸਟੀਗੇਸ਼ਨ ਹੋਵੇ, ਸਾਨੂੰ ਕਲੀਨ ਚਿੱਟ ਦਿੱਤੀ ਜਾਵੇ ਕਿ ਅਸੀਂ ਜੈਨੂਇਨ ਕੈਂਡੀਡੇਟਸ ਹਾਂ, ਔਰ ਸਾਡੀ ਜੁਆਇਨਿੰਗ ਕਰਵਾਈ ਜਾਵੇ, ਕਿਉਂਕਿ ਸਾਨੂੰ 6-6 7-7 ਸਾਲ ਹੋ ਚੁੱਕੇ ਨੇਗੇ ਤਿਆਰੀ ਕਰਦੇ ਹੋਏ, ਔਰ ਬੀਇੰਗ ਅ ਗਰਲ ਕੈਂਡੀਡੇਟ ਇਟਸ ਵੈਰੀ ਡਿਫਿਕਲਟ ਟੂ ਪ੍ਰੀਪੇਅਰ ਫॉर ਅ ਲੌਂਗ ਟਾਈਮ। ਔਰ ਕਿਤੇ ਨਾ ਕਿਤੇ ਲੱਗਦਾ ਕਿ ਟਾਈਮ ਬੌਂਡਿੰਗ ਲਿਮਿਟ ਵੀ ਬਣੀ ਜਾਂਦਾ, ਕੀ ਸਰ? ਟਾਈਮ ਲਿਮਿਟ ਜਿਹੜੀ ਹੈ ਕਿ ਜ਼ਿਆਦਾ ਕ੍ਰੋਸ ਹੋ ਗਈ ਆ ਕਿ ਇੱਕ ਸਮਾਂ ਨਹੀਂ ਮਿਲਿਆ ਗਿਆ। ਯੈਸ ਸਰ, ਬਿਲਕੁਲ। ਇੱਕ ਮਤਲਬ ਕਿ ਗਵਰਨਮੈਂਟ ਨੇ ਕੋਈ ਟਾਈਮ ਬਾਉਂਡ ਨਹੀਂ ਦਿੱਤਾ ਕਿ ਇਨਵੈਸਟੀਗੇਸ਼ਨ ਦੀ ਰਿਪੋਰਟ ਕਦੋਂ ਤੱਕ ਦੇਣੀ ਆ, ਔਰ ਇੱਕ ਪਬਲਿਕ ਡੋਮੇਨ ਦੇ ਵਿੱਚ ਨਹੀਂ ਰੱਖੀ ਗਈ ਉਸ ਰਿਪੋਰਟ ਨੂੰ। ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਅੱਗੇ ਰੱਖੀ ਜਾਵੇ, ਪਬਲਿਕ ਡੋਮੇਨ 'ਚ ਆਵੇ, ਔਰ ਇੱਕ ਟਾਈਮ ਬਾਉਂਡ ਮੈਨਰ ਦੇ ਵਿੱਚ ਹੋਵੇ ਇਨਵੈਸਟੀਗੇਸ਼ਨ, ਔਰ ਸਾਡੀ ਜੁਆਇਨਿੰਗ ਕਰਵਾਈ ਜਾਵੇ। ਸਰ ਇੱਕ ਗੱਲ ਹੋਰ ਹੈ ਵੀ ਜਿਹੜੇ ਇਹਨਾਂ ਨੇ ਐਗਜ਼ਾਮ ਲਏ ਆ PPSC ਨੇ ਪਹਿਲਾਂ ਵੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦਾ, ਉਹਦੇ ਤੇ ਆਲਰੇਡੀ FIR ਹੋ ਰੱਖੀ ਹੈ। ਤਾਂ ਫਿਰ ਇਹ ਉਹ ਵਾਲਾ ਐਗਜ਼ਾਮ ਵੀ ਕੈਂਸਲ ਕਰਨਗੇ। ਤੇ ਜਿਵੇਂ ਨਾਇਬ ਤਹਿਸੀਲਦਾਰ ਦੇ ਐਗਜ਼ਾਮ 'ਚ ਜਿਹਦਾ ਰੈਂਕ 1 ਆਇਆ ਹੈ, ਉਹ ਜਿਹੜਾ ਕੈਂਡੀਡੇਟ ਹੈ ਉਹ ਆਲਰੇਡੀ ਕੋਆਪਰੇਟਿਵ ਬੈਂਕ ਦੇ ਵਿੱਚ ਮੈਨੇਜਰ ਲੱਗਿਆ ਹੋਇਆ ਹੈ। ਤਾਂ ਇਹਦਾ ਮਤਲਬ ਉਹਨੇ ਉੱਥੇ ਵੀ ਪੈਸੇ ਦੇ ਕੇ ਲੱਗਿਆ ਹੋਊਗਾ, ਤਾਂ ਉਸ ਦੀ ਵੀ ਇਨਕੁਆਇਰੀ ਦੁਬਾਰਾ ਤੋਂ ਕਰਾਉਂਗੇ, ਫਿਰ ਉਹ ਵਾਲੀ ਭਰਤੀ ਪ੍ਰਕਿਰਿਆ